ਜੀ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਜਿਹੜੇ ਮੁਲਾਜ਼ਮ ਵਰਗ ਹੈ ਉਹਨਾਂ ਦੇ ਮੈਂ ਸਮਝਦਾ ਹੱਕਾਂ ਹਕੂਕਾਂ ਦੇ ਨਾਲ ਡਾਕਾ ਹੈ ਉਹਦੇ ਉੱਤੇ। ਜਿਹੜੇ ਹਿਸਾਬ ਨਾਲ ਇਹਨਾਂ ਨੇ ਨੋਟੀਫਿਕੇਸ਼ਨ ਕੀਤੀ ਹੈ ਉਹਨਾਂ ਨਾ ਤੇ ਇਹਨਾਂ ਨੂੰ ਕਿਸੇ ਕੈਡਰ 'ਚ ਰੱਖਿਆ ਔਰ ਜਿਹੜਾ ਜਿੱਦਾਂ 58 ਸਾਲ ਦੀ ਉਮਰ ਤੇ ਰਿਟਾਇਰ ਹੁੰਦਾ ਗਿਆ ਉਸ ਤੋਂ ਬਾਅਦ ਉਹ ਪੋਸਟ ਹੀ ਖਤਮ ਹੋ ਜਾਏਗੀ। ਹੁਣ ਜਿਹੜੀ 12500 ਦੇ ਕਰੀਬ ਜਿਹੜੀ ਪੇ ਮਿਲਦੀ ਹੈ ਉਹ ਘਟ ਕੇ ਜਿਹੜੀ ਹੈ ਉਹ 10,000 ਕੁਛ ਰੁਪਏ ਰਹਿ ਜਾਏਗੀ। ਉਹਨਾਂ ਦੇ ਹੱਕਾਂ ਹਕੂਕਾਂ ਨੂੰ ਖਤਮ ਕਰਕੇ ਮੁਲਾਜ਼ਮ ਵਰਗਾਂ ਦੇ ਨੂੰ ਤੇ ਤੁਸੀਂ ਆਪਣੀ ਜਿਹੜੀ ਆ ਉਹ ਵਾਹਵਾਈ ਕਰੋ, ਇਹ ਵੀ ਮੈਂ ਸਮਝਦਾ ਕਿਤੇ ਠੀਕ ਨਹੀਂ। ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਲਗਭਗ ਇਹ ਫੈਸਲਾ ਕੀਤਾ ਹੈ ਕਿ ਅਸੀਂ ਸੰਗਰੂਰ ਜਾ ਕੇ ਧਰਨਾ ਪ੍ਰਦਰਸ਼ਨ ਦੇਣਾ। ਜੇਕਰ ਮੁਲਾਜ਼ਮ ਜਥੇਬੰਦੀਆਂ ਖੁਸ਼ ਹੋਣ ਤੇ ਉਹ 17 ਤਰੀਕ ਦੀ ਧਰਨੇ ਦੀ ਕਾਲ ਕਿਉਂ ਦੇਣ? ਉਹ ਨਿੱਜੀ ਰੂਪ ਦੇ ਵਿੱਚ ਜੇ ਬਿਆਨ ਦਿੰਦੇ ਨੇ ਗੱਲ ਵੱਖਰੀ ਆ, ਪਰ ਜੇਕਰ ਜਥੇਬੰਦੀਆਂ ਐਜ਼ ਕਲੈਕਟਿਵ ਜੇ ਕੋਈ ਵੱਡੇ ਇੱਕ ਮੰਚ ਤੇ ਆ ਕੇ ਜਿਹੜੇ ਇਹ ਬਿਆਨ ਦਿੰਦੀਆਂ ਨੇ ਕਿ ਅਸੀਂ ਸਰਕਾਰ ਦੀ ਇਸ ਨੀਤੀ ਨਾਲ ਖੁਸ਼ ਹਾਂ, ਤੇ ਮੈਂ ਸਮਝਦਾ ਫਿਰ ਤੇ ਅਸੀਂ ਵੀ ਸਵਾਲ ਨਹੀਂ ਚੁੱਕ ਸਕਦੇ। ਅਸੀਂ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ। ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਦੇ ਪੱਕੇ ਕਰਨ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਪਰ ਇਸ ਨੋਟੀਫਿਕੇਸ਼ਨ 'ਚ ਬੜੇ ਲੋਚੇ ਨੇ। ਇਹ ਅਸੀਂ ਨਹੀਂ ਕਹਿ ਰਹੇ, ਇਹ ਕਾਂਗਰਸ ਕਹਿ ਰਹੀ ਹੈ। ਕਾਂਗਰਸ ਕਹਿ ਰਹੀ ਹੈ ਕਿ ਜਿਹੜੇ ਇਹ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਉੱਥੇ ਮੁਲਾਜ਼ਮਾਂ ਨਾਲ ਧੋਖਾ ਹੀ ਕੀਤਾ ਗਿਆ ਹੈ, ਕੇਵਲ ਉਹਨਾਂ ਨੂੰ ਉਹਲੇ 'ਚ ਰੱਖਿਆ ਗਿਆ ਹੈ। ਸਾਰੀ ਗੱਲਬਾਤ ਕਰਨ ਦੇ ਲਈ, ਇਸ ਮੁੱਦੇ 'ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਜਸਕਰਨ ਸਿੰਘ ਕਾਹਲੋਂ, ਕਾਂਗਰਸ ਦੇ ਲੀਡਰ ਨੇ। ਇਹਨਾਂ ਤੋਂ ਜਾਣ ਲੈਂਦੇ ਹਾਂ ਕਿਉਂ ਤੁਸੀਂ ਜਿਹੜਾ ਆ ਇਹ ਨੋਟੀਫਿਕੇਸ਼ਨ ਦੇ ਉੱਤੇ ਕਿੰਤੂ ਪਰੰਤੂ ਕਰ ਰਹੇ ਹੋ। ਦੇਖੋ ਜੀ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਜਿਹੜੇ ਮੁਲਾਜ਼ਮ ਵਰਗ ਹੈ ਉਹਨਾਂ ਦੇ ਮੈਂ ਸਮਝਦਾ ਹੱਕਾਂ ਹਕੂਕਾਂ ਦੇ ਨਾਲ ਡਾਕਾ ਹੈ ਉਹਦੇ ਉੱਤੇ, ਕਿਉਂਕਿ ਜਿਹੜੇ ਹਿਸਾਬ ਨਾਲ ਇਹਨਾਂ ਨੇ ਨੋਟੀਫਿਕੇਸ਼ਨ ਕੀਤੀ ਹੈ ਉਹਨਾਂ ਨਾ ਤੇ ਇਹਨਾਂ ਨੂੰ ਕਿਸੇ ਕੈਡਰ 'ਚ ਰੱਖਿਆ। ਜਿੱਦਾਂ ਰੈਗੂਲਰ ਮੁਲਾਜ਼ਮਾਂ ਦਾ ਜਿਹੜਾ ਕੈਡਰ ਹੁੰਦਾ ਉਸ ਕੈਡਰ ਦੇ ਵਿੱਚ ਇਹਨਾਂ ਨੂੰ ਬਿਲਕੁਲ ਨਹੀਂ ਰੱਖਿਆ, ਔਰ ਇਹ ਜਦੋਂ ਰਿਟਾਇਰ ਹੋਣਗੇ ਔਰ ਜਿਹੜਾ ਜਿੱਦਾਂ 58 ਸਾਲ ਦੀ ਉਮਰ ਤੇ ਰਿਟਾਇਰ ਹੁੰਦਾ ਗਿਆ ਉਸ ਤੋਂ ਬਾਅਦ ਉਹ ਪੋਸਟ ਹੀ ਖਤਮ ਹੋ ਜਾਏਗੀ। ਤੁਸੀਂ ਇਹ ਸਮਝੋ ਕਿ ਅਗਰ ਕੋਈ ਡਿਵੈਲਪਮੈਂਟ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਅਸੀਂ ਜਿਹੜਾ ਲੋਕਾਂ ਨੂੰ ਰੋਜ਼ਗਾਰ ਜਿੱਥੇ ਦੇਣ ਦੀ ਗੱਲ ਕਰ ਰਹੇ ਹਾਂ, ਉੱਥੇ ਅਸੀਂ ਨਾਲ ਦੇ ਨਾਲ ਇੱਕ ਇਹ ਵੀ ਅੱਗੇ ਉਹਦੇ ਇੱਕ ਅੜਿੱਕਾ ਡਾਹਤਾ ਕਿ 58 ਸਾਲ ਤੋਂ ਬਾਅਦ ਉਹ ਜਿਹੜਾ ਬੰਦਾ ਉਹ ਪੋਸਟ ਹੀ ਖਤਮ ਕਰ ਰਹੇ ਹੋ ਤੁਸੀਂ। ਔਰ ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਪੇ ਸਕੇਲ ਹੈ ਜਿਹਦੇ ਤੇ ਇਹਨਾਂ ਨੂੰ ਜਦੋਂ ਜਿਹੜੀ ਫਿਕਸ ਪੇ ਹੈ ਜਿਹੜੀ ਉਹਦੇ ਉੱਤੇ ਜਿਹੜੇ ਤੇ ਭਰਤੀ ਕੀਤਾ ਗਿਆ ਸੀ, ਜਦੋਂ ਇਹਨਾਂ ਨੂੰ ਇਹ ਜਿਹੜੀ ਨਵੀਂ ਜਿਹੜੀ ਇਹਨਾਂ ਨੇ ਰੈਗੂਲਰਾਈਜ਼ ਕਰਨ ਦੀ ਜਿਹੜੀ ਨੀਤੀ ਕੱਢੀ ਹੈ, ਜਦੋਂ ਉਹਦੇ ਉੱਤੇ ਲੈ ਕੇ ਆਉਣਗੇ ਤਾਂ ਮੈਂ ਸਮਝਦਾ ਕਿ ਉਹਦੇ ਉੱਤੇ ਜਿਹੜੇ ਇਹਨਾਂ ਨੂੰ ਜਿਹੜਾ ਪੇ ਸਕੇਲ ਹੈ ਉਹ ਘੱਟ ਮਿਲੇਗਾ। ਸੋ ਮਹਿੰਗਾਈ ਵੱਧ ਰਹੀ ਹੈ, ਰੋਜ਼ਗਾਰ ਘਟ ਰਹੇ ਨੇ, ਉਹਦੇ ਉੱਪਰੋਂ ਦੀ ਜੇਕਰ ਅਸੀਂ ਆਲਰੇਡੀ ਮਿਹਨਤ ਕਰਦੇ ਹੋਏ ਇੱਕ EMPLOYE ਨੂੰ ਜੇਕਰ ਅਸੀਂ ਘੱਟ ਸੈਲਰੀ ਤੇ ਲਿਆਉਣ ਦੀ ਗੱਲ ਕਰਾਂਗੇ ਤੇ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਉਹਦੇ ਨਾਲ ਹੁਣ ਜਿਹੜੀ 12500 ਦੇ ਕਰੀਬ ਜਿਹੜੀ ਪੇ ਮਿਲਦੀ ਹੈ ਉਹ ਘਟ ਕੇ ਜਿਹੜੀ ਹੈ ਉਹ 10,000 ਕੁਛ ਰੁਪਏ ਰਹਿ ਜਾਏਗੀ। ਜਿਹੜੀ ਨਵੀਂ ਇਹਨਾਂ ਦੀ ਜਿਹੜੇ ਪਾਲਿਸੀ ਜੋ ਕਹਿੰਦੀ ਹੈ, ਜੋ ਇਹਨਾਂ ਦੀ ਜੋ ਨੋਟੀਫਿਕੇਸ਼ਨ ਕਹਿੰਦੀ ਹੈ, ਉਹਦੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ। ਸੋ ਸਰਕਾਰ ਨੂੰ ਇਹਦੇ ਉੱਤੇ ਦੁਬਾਰਾ ਜਿਹੜਾ ਸੋਚਣਾ ਚਾਹੀਦਾ। ਖਾਲੀ ਵਾਹਵਾਈ ਲੈ ਕੇ, ਕ੍ਰੈਡਿਟ ਲੈ ਕੇ, ਆਪਣੀ ਪੇ ਠਾਪੇ ਥਾਪੜ ਕੇ ਮੈਂ ਸਮਝਦਾ ਕਿ ਇਹ ਸਰਕਾਰ ਨੂੰ ਇੱਦਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਠੀਕ ਹੈ, ਅਸੀਂ ਸਮਝਦੇ ਹਾਂ ਗੁਜਰਾਤ 'ਚ ਵੀ ਚੋਣਾਂ ਨੇ, ਹਿਮਾਚਲ 'ਚ ਵੀ ਚੋਣਾਂ ਨੇ, ਇਹਨਾਂ ਨੇ ਬਹੁਤ ਵੱਡੀ ਜਿਹੜੀ ਐਡਵਰਟੀਜ਼ਮੈਂਟ ਵੀ ਕਰਨੀ ਹੈ ਉਹਨਾਂ ਸੂਬਿਆਂ ਦੇ ਵਿੱਚ, ਇਹ ਦਿਖਾਉਣਾ ਵੀ ਹੈ ਕਿ ਅਸੀਂ ਜਿਹੜਾ ਮੁਲਾਜ਼ਮ ਜਿਹੜੇ ਨੇ ਉਹ ਪੱਕੇ ਕੀਤੇ ਨੇ, ਪਰ ਉਹਨਾਂ ਦੇ ਹੱਕਾਂ ਹਕੂਕਾਂ ਨੂੰ ਖਤਮ ਕਰਕੇ ਮੁਲਾਜ਼ਮ ਵਰਗਾਂ ਦੇ ਨੂੰ ਤੇ ਤੁਸੀਂ ਆਪਣੀ ਜਿਹੜੀ ਆ ਉਹ ਵਾਹਵਾਈ ਕਰੋ, ਇਹ ਵੀ ਮੈਂ ਸਮਝਦਾ ਕਿਤੇ ਠੀਕ ਨਹੀਂ। ਪਰ ਤੁਸੀਂ ਕਹਿ ਰਹੇ ਹੋ ਤਾਂ, ਪਰ ਜਿਹੜੇ ਮੁਲਾਜ਼ਮ ਨੇ ਉਹ ਤਾਂ ਬੜੇ ਖੁਸ਼ ਨੇ, ਤਾਂ ਹੈਪੀ ਨੇ ਇਸ ਨੂੰ ਲੈ ਕੇ। ਜਥੇਬੰਦੀਆਂ ਬੜੀ ਇਸ ਨੂੰ ਲੈ ਕੇ ਖੁਸ਼ ਸੀਗੀਆਂ ਵੀ ਕੁਝ ਕੀਤਾ ਤਾਂ ਚੰਗਾ ਹੋਇਆ, ਹਾਲਾਂਕਿ ਨੋਟੀਫਿਕੇਸ਼ਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ, ਪਰ ਨੋਟੀਫਿਕੇਸ਼ਨ ਹੋ ਚੁੱਕਿਆ। ਜਸਵੀਰ ਜੀ, ਜੇ ਮੈਂ ਗੱਲ ਕਰਾਂ ਜੇ ਮੁਲਾਜ਼ਮ ਵਰਗ ਦੀ, ਤੇ ਭਗਵੰਤ ਮਾਨ ਹੋਣਾ ਦਾ 17 ਅਕਤੂਬਰ ਨੂੰ ਸ਼ਾਇਦ ਜਨਮ ਦਿਨ, ਜੇ ਮੈਂ ਗਲਤ ਨਹੀਂ ਹਾਂ ਤੇ 17 ਅਕਤੂਬਰ ਨੂੰ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਲਗਭਗ ਇਹ ਫੈਸਲਾ ਕੀਤਾ ਹੈ ਕਿ ਅਸੀਂ ਸੰਗਰੂਰ ਜਾ ਕੇ ਧਰਨਾ ਪ੍ਰਦਰਸ਼ਨ ਦੇਣਾ। ਜੇਕਰ ਮੁਲਾਜ਼ਮ ਜਥੇਬੰਦੀਆਂ ਖੁਸ਼ ਹੋਣ ਤੇ ਉਹ 17 ਤਰੀਕ ਦੀ ਧਰਨੇ ਦੀ ਕਾਲ ਕਿਉਂ ਦੇਣ? ਇਹ ਵੀ ਗੱਲ ਸੋਚਣ ਵਾਲੀ ਹੈ। ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਜਿਨ੍ਹਾਂ ਨੂੰ ਰੈਗੂਲਰਾਈਜ਼ ਕੀਤਾ ਗਿਆ ਉਹਨਾਂ ਦੇ ਵਿੱਚੋਂ ਕੁਛ ਜਿਹੜੇ ਆ ਲੋਕ ਹੈ ਹੋ ਸਕਦਾ ਇਸ ਪਾਰਟੀ ਨਾਲ ਵੀ ਸੰਬੰਧਿਤ ਹੋਣ, ਕਿਉਂਕਿ ਉਹ ਅਧਿਕਾਰ ਹੈ ਸਾਰਿਆਂ ਦਾ, ਕਿਸੇ ਵੀ ਵਿਚਾਰਧਾਰਾ ਨਾਲ ਜੁੜ ਸਕਦੇ ਨੇ। ਉਹ ਨਿੱਜੀ ਰੂਪ ਦੇ ਵਿੱਚ ਜੇ ਬਿਆਨ ਦਿੰਦੇ ਨੇ ਗੱਲ ਵੱਖਰੀ ਆ, ਪਰ ਜੇਕਰ ਜਥੇਬੰਦੀਆਂ ਐਜ਼ ਕਲੈਕਟਿਵ ਜੇ ਕੋਈ ਵੱਡੇ ਇੱਕ ਮੰਚ ਤੇ ਆ ਕੇ ਜਿਹੜੇ ਇਹ ਬਿਆਨ ਦਿੰਦੀਆਂ ਨੇ ਕਿ ਅਸੀਂ ਸਰਕਾਰ ਦੀ ਇਸ ਨੀਤੀ ਨਾਲ ਖੁਸ਼ ਹਾਂ, ਤੇ ਮੈਂ ਸਮਝਦਾ ਫਿਰ ਤੇ ਅਸੀਂ ਵੀ ਸਵਾਲ ਨਹੀਂ ਚੁੱਕ ਸਕਦੇ। ਪਰ ਜਦੋਂ ਵੇਖਣ 'ਚ ਇਹ ਆ ਰਿਹਾ, ਔਰ ਤੁਹਾਡੇ ਤੁਸੀਂ ਉਹ ਲੋਕਾਂ ਤੱਕ ਪਹੁੰਚਣ ਦਾ ਜ਼ਰੀਆ, ਔਰ ਸਾਡੇ ਤੱਕ ਵੀ ਖਬਰਾਂ ਤੁਹਾਡੇ ਮਾਧਿਅਮ ਰਾਹੀਂ ਪਹੁੰਚਦੀਆਂ ਨੇ, ਜੇਕਰ ਤੁਹਾਡੇ
ਚੈਨਲਾਂ ਦੇ ਉੱਤੇ ਵੇਖ ਕੇ ਜਾਂ ਆਮ ਜਿਹੜਾ ਮੁਲਾਜ਼ਮ ਵਰਗ ਉਹਦੇ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਇਹ ਜਾਣਕਾਰੀ ਮਿਲ ਰਹੀ ਹੈ ਕਿ ਮੁਲਾਜ਼ਮ ਵਰਗ ਇਸ ਨੀਤੀ ਤੋਂ ਤੇ ਬਿਲਕੁਲ ਖੁਸ਼ ਨਹੀਂ ਹੈ। ਮਤਲਬ ਤੁਸੀਂ ਕਹਿੰਦੇ ਹੋ ਕਿ ਜੇ ਰੈਗੂਲਰ ਹੋਣਾ ਚਾਹੀਦਾ ਸੀ ਤਾਂ ਬਿਨਾਂ ਸ਼ਰਤ ਹੁੰਦੇ ਤੇ ਮਤਲਬ ਜੋ ਅਸਲੀ ਹੱਕ ਜਿਹੜਾ ਮਿਲਦਾ ਹੈ ਜਾਂ ਹੁਣ ਦੇ ਮੁਲਾਜ਼ਮਾਂ ਨੂੰ ਮਿਲ ਰਿਹਾ ਉਹੀ ਹੱਕ ਮਿਲਣਾ ਚਾਹੀਦਾ ਸੀ। ਬਿਲਕੁਲ ਜੀ ਬਿਲਕੁਲ। ਮੈਂ ਤੇ ਇਹ ਪੁੱਛਣਾ ਚਾਹੁੰਦਾ ਬਈ 58 ਸਾਲ ਹੋ ਸਕਦਾ ਕਿਸੇ ਦੀ ਹੁਣ ਉਹ ਉਮਰ ਉਹ 40 ਸਾਲ ਦਾ ਜਾਂ 42 ਸਾਲ ਦਾ ਹੋ ਗਿਆ ਹੋਵੇ, ਪਰ ਜਦੋਂ ਉਹਦੇ 18 ਸਾਲ ਦੀ ਸਿਰਫ ਸਰਵਿਸ ਰਹਿ ਗਈ ਉਸ ਤੋਂ ਬਾਅਦ ਤੁਸੀਂ ਪੋਸਟ ਹੀ ਖਤਮ ਕਰ ਦਿਓਗੇ, ਕੋਈ ਉਹਨੂੰ ਪੈਨਸ਼ਨ ਨਹੀਂ ਦਿਓਗੇ, ਕੋਈ ਉਹਨੂੰ ਗ੍ਰੈਟੀਟਿਊਡ ਹੀ ਨਹੀਂ ਦਿਓਗੇ। ਤੇ ਫਿਰ ਜਦੋਂ ਤੁਸੀਂ ਉਹਨੂੰ ਕੁਝ ਜਦੋਂ ਉਹਨੇ ਪੂਰੀ ਜ਼ਿੰਦਗੀ ਤੁਹਾਡੇ ਲਈ ਦੇ ਦਿੱਤੀ, ਸਰਕਾਰ ਦੀਆਂ ਸੇਵਾਵਾਂ 'ਚ ਪੂਰੀ ਜ਼ਿੰਦਗੀ ਦੇਤੀ ਔਰ ਉਸ ਤੋਂ ਬਾਅਦ ਉਹਨੂੰ ਕੋਈ ਉਹਦਾ ਬੈਨੀਫਿਟ ਨਹੀਂ ਮਿਲ ਰਿਹਾ ਔਰ ਰਿਟਾਇਰਮੈਂਟ ਦੀ ਉਮਰ ਵੀ 58 ਸਾਲ ਕਰ ਦਿੱਤੀ ਹੈ, ਤੇ ਫਿਰ ਮੈਂ ਸਮਝਦਾ ਵੀ ਇਸ ਤੋਂ ਵੱਧ ਉਹਨਾਂ ਦੇ ਹੱਕਾਂ ਹਕੂਕਾਂ ਤੇ ਇਸ ਤੋਂ ਵੱਡਾ ਡਾਕਾ ਕੀ ਹੋ ਸਕਦਾ। ਮਤਲਬ ਜਿਸ ਤਰੀਕੇ ਨਾਲ ਹੁੰਦਾ ਹੈ ਕਿ ਸਰਕਾਰੀ ਨੌਕਰੀ ਜਦ ਕੋਈ EMPLOYE ਦੀ ਡੈਥ ਹੋ ਜਾਂਦੀ ਆ ਤਾਂ ਉਹਦੇ ਪਰਿਵਾਰ 'ਚ ਨੌਕਰੀ ਚਲੇ ਜਾਂਦੀ ਆ, ਕੀ ਇਹ ਹੈ ਸਿਸਟਮ ਜਾਂ ਇਹ ਵੀ ਨਹੀਂ ਹੋਵੇਗਾ? ਨਹੀਂ, ਮੈਨੂੰ ਨਹੀਂ ਲੱਗਦਾ ਜੀ, ਕਿਉਂਕਿ ਇਹ ਰੈਗੂਲਰ ਕੈਡਰ ਦੀ ਭਰਤੀਆਂ ਦੇ ਵਿੱਚ ਤੇ ਇਹਨੂੰ ਲਿਆਂਦਾ ਹੀ ਨਹੀਂ ਨਾ। ਇਹ ਇੱਕ ਵੱਖਰਾ ਹੀ ਜਿਹੜਾ ਇਹਨਾਂ ਨੇ ਕੈਡਰ ਖੜਾ ਕਰ ਦਿੱਤਾ। ਹੁਣ ਵੈਸੇ ਇਹਨਾਂ ਨੂੰ ਆਦਤ ਹੈ, ਇਸ ਜਿਹੜੀ ਇਹ ਪਾਰਟੀ ਹੈ ਇਹਨੂੰ ਆਦਤ ਹੈ ਕਿ ਇਹ ਚੰਗੇ ਭਲੇ ਚੱਲਦੇ ਸਿਸਟਮ ਨੂੰ ਡੀਫੰਕਟ ਕਰਕੇ ਸਾਈਡ ਤੇ ਕਰਕੇ ਤੇ ਉਹਦੇ ਨਾਲ ਦਿਖਾਵੇ ਲਈ ਕੋਈ ਛੋਟਾ ਮੋਟਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਸ਼ਾਇਦ ਇਹ ਵੀ ਉਹਨਾਂ ਦੇ ਹੱਕਾਂ ਦੇ ਨਾਲ ਖਿਲਵਾੜ ਕੀਤਾ ਗਿਆ। ਔਰ ਇਹਦੀ ਉਦਾਹਰਣ ਕੀ ਦਿੰਨਾ ਮੈਂ, ਰਜਿੰਦਰਾ ਹਸਪਤਾਲ ਪਟਿਆਲਾ ਇੱਕ ਬਹੁਤ ਵੱਡਾ ਪ੍ਰੀਮੀਅਮ ਇੰਸਟੀਚਿਊਟ ਹੈ। ਉਸ ਪ੍ਰੀਮੀਅਮ ਇੰਸਟੀਚਿਊਟ ਦੇ ਵਿੱਚ ਦਵਾਈਆਂ ਖਤਮ ਨੇ, ਡਾਕਟਰ ਪ੍ਰਿਸਕ੍ਰਿਪਸ਼ਨ ਤੇ ਲਿਖ ਕੇ ਦੇ ਰਿਹਾ ਕਿ ਦਵਾਈਆਂ ਖਤਮ ਨੇ, ਔਰ ਐਡ ਕਿਹਦੀ ਚੱਲ ਰਹੀ ਹੈ? ਮੁਹੱਲਾ ਕਲੀਨਿਕਾਂ ਦੀ। ਜਦੋਂ ਕਿ ਗੱਦਿਆਂ ਦੇ ਉੱਤੇ ਫੋਕਸ ਹਟਾ ਕੇ ਜੇਕਰ ਅਸੀਂ ਦਵਾਈਆਂ ਦੇ ਉੱਤੇ ਫੋਕਸ ਕਰੀਏ, ਜੇਕਰ ਅਸੀਂ ਉੱਥੇ ਇਕਵਿਪਮੈਂਟ ਦੇ ਉੱਤੇ ਫੋਕਸ ਕਰੀਏ ਤੇ ਮੇਰੇ ਖਿਆਲ ਨਾਲ ਉਹ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਗੱਦੇ ਬਿਨਾਂ ਹੋ ਸਕਦਾ ਹੈ ਕਿ ਇੱਕ ਮਰੀਜ਼ ਸਾਰ ਲੇ, ਪਰ ਬਿਨਾਂ ਦਵਾਈ, ਬਿਨਾਂ ਜਿਹੜਾ ਉਹ ਇਕਵਿਪਮੈਂਟ, ਜਿਹੜਾ ਮੈਡੀਕਲ ਇਕਵਿਪਮੈਂਟ, ਉਹਦੇ ਬਿਨਾਂ ਕੰਮ ਬਿਲਕੁਲ ਨਹੀਂ ਚੱਲ ਸਕਦਾ। ਠੀਕ ਹੈ, ਉਸ ਤੋਂ ਪਹਿਲਾਂ ਸਰਕਾਰ ਤਾਂ ਥੋੜੀ ਰਹੀ ਹੈ ਨਾ, ਕਾਂਗਰਸ ਦੀ ਰਹੀ ਹੈ, ਫਿਰ ਕਿਉਂ ਨਹੀਂ ਇਹ ਸਾਰੀਆਂ ਚੀਜ਼ਾਂ ਨੀਤੀਆਂ ਲਿਆਂਦੀਆਂ ਗਈਆਂ? ਫਿਰ ਕਿਉਂ ਨਹੀਂ ਇਹ ਪੱਕੇ ਕੀਤਾ ਗਿਆ? ਤੁਸੀਂ ਆਖਰੀ 3 ਮਹੀਨਿਆਂ ਦੇ ਵਿੱਚ ਜਿਹੜੀਆਂ ਨੋਟੀਫਿਕੇਸ਼ਨਾਂ ਜਾਰੀ ਹੋਈਆਂ 3 ਮਹੀਨਿਆਂ 'ਚ ਪੱਕੇ ਕਹਿੰਦੇ ਕਰਦੇ, ਪਹਿਲਾਂ ਵੀ ਤਾਂ ਜਿਹੜਾ 5 ਸਾਲ ਕਿੱਥੇ ਗਏ ਸੀ? ਦੇਖੋ, ਇਹਦੇ 'ਚ ਨਾ ਮੈਂ ਬਿਲਕੁਲ ਵੀ ਇਸ ਚੀਜ਼ ਤੇ ਗੁਰੇਜ਼ ਨਹੀਂ ਕਰੂੰਗਾ। ਸਾਡੇ ਮੁੱਖ ਮੰਤਰੀ ਜਿਹੜੇ ਸਾਬਕਾ ਸਨ, ਅੱਜ ਕੱਲ੍ਹ ਉਹ BJP ਦੇ ਵਿੱਚ ਨੇ, ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਜਿਹੜਾ ਹੈ ਬੜੀ ਲਾਪਰਵਾਹੀ ਨਾਲ ਕੰਮ ਕੀਤਾ ਕਿ 2 ਸਾਲ 2.5 ਸਾਲ ਦਾ ਜਿਹੜਾ ਕਰੋਨਾ ਕਾਲ ਵਾਲਾ ਜਿਹੜਾ ਸਮਾਂ ਰਿਹਾ, ਉਹ ਵੀ ਮੈਂ ਸਮਝਦਾ ਉਹਨੇ ਵੀ ਨੁਕਸਾਨ ਕੀਤਾ, ਪੂਰੇ ਦੇਸ਼ ਦਾ ਕੀਤਾ, ਸਾਡੇ ਸੂਬੇ ਦਾ ਵੀ ਕੀਤਾ। ਪਰ ਜਿਹੜਾ ਫਿਰ ਵੀ ਉਸ ਤੋਂ ਬਾਅਦ ਵੀ ਸਮਾਂ ਬਹੁਤ ਬਚਦਾ ਸੀ, ਜਾਂ ਜਿਹੜੀਆਂ ਐਸੀਆਂ ਨੋਟੀਫਿਕੇਸ਼ਨਾਂ ਸੀ ਜਾਂ ਜਿਹੜੀ ਸਰਕਾਰੀ ਜਿੰਨੇ ਵੀ ਜਿਹੜੇ ਕੰਮਕਾਜ ਸੀ ਉਹ ਤਾਂ ਖੈਰ ਚੱਲੇ ਨੇ ਕਰੋਨਾ ਦੇ ਵਿੱਚ ਵੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਲੇਟ ਲਤੀਫੀ ਜਾਂ ਮੈਂ ਸਮਝਦਾ ਉਹਨਾਂ ਦੀ ਲੇਜ਼ੀਨੈਸ ਸੀਗੀ, ਜਾਂ ਉਹਨਾਂ ਦਾ ਬਿਲਕੁਲ ਹੀ ਜਿਹੜਾ ਬੇਧਿਆਨੇ ਹੋ ਜਾਣਾ, ਜਿਹੜਾ ਉਹਨੇ ਵੀ ਜਿਹੜਾ ਨੁਕਸਾਨ ਕੀਤਾ। ਪਰ ਹਾਂ, ਮੈਂ ਨਾਲ ਇਹ ਵੀ ਦੱਸ ਦਿਆਂ ਕਿ 8687 ਜਿਹੜੇ ਰਾਸਾ ਵਾਲੇ ਜਾਂ ਸਰਵ ਸਿੱਖਿਆ ਅਭਿਆਨ ਦੇ ਅਧੀਨ ਲਿਆ ਕੇ ਜਿਹੜਾ ਸਮਗਰ, ਬਾਅਦ 'ਚ ਉਹਨਾਂ ਨੂੰ ਦੋਵਾਂ ਨੂੰ ਇਕੱਠਿਆ ਕਰਕੇ ਇੱਕ ਸਮਗਰ ਯੋਜਨਾ ਬਣਾ ਦਿੱਤੀ ਸੀ, ਉਹਦੇ ਅਧੀਨ 8687 ਜਿਹੜੇ ਆ ਮੁਲਾਜ਼ਮ ਜਿਹੜੇ ਆ ਉਹ ਵੀ ਰੈਗੂਲਰਾਈਜ਼ ਕੀਤੇ ਗਏ ਸੀ। ਸਾਡੇ ਸਮੇਂ ਤੇ ਵੀ ਇੱਕੋ ਵਾਰ 'ਚ ਹੀ ਕਰੀਬ 9000। ਔਰ ਇਹਦੇ ਨਾਲ ਹੀ ਜਿਹੜੇ ਦੂਸਰਾ ਇੱਕ ਮੁਲਾਜ਼ਮ ਜਿੱਦਾਂ ਬਿਜਲੀ ਬੋਰਡ ਦੇ ਵਿੱਚ ALM ਸੀਗੇ, ਉਹਨਾਂ ਨੂੰ ਜਿਹੜਾ ਅਸਿਸਟੈਂਟ ਲਾਈਨਮੈਨ ਦਾ, ਉਹਨਾਂ ਦੀ ਜਿਹੜੀ ਹੈ ਲੰਬੇ ਸਮੇਂ ਤੋਂ ਮੰਗ ਸੀਗੀ ਔਰ ਬਹੁਤ ਚਿਰ ਤੋਂ ਵਿਚਾਰੇ ਉਹ ਸੰਘਰਸ਼ ਕਰ ਰਹੇ ਸੀ। ਉਹਨਾਂ ਨੂੰ ਪਿਛਲੀ ਸਾਡੀ ਕਾਂਗਰਸ ਦੀ ਸਰਕਾਰ ਦੇ ਵਿੱਚ, ਮੈਂ ਤਾਂ ਕਾਂਗਰਸ ਦੀ ਸਰਕਾਰ ਕਹੂੰਗਾ, ਕੈਪਟਨ ਅਮਰਿੰਦਰ ਸਿੰਘ ਉਧਰ ਚਲੇ ਗਏ ਦਾ ਇਹ ਮਤਲਬ ਨਹੀਂ ਕਿ ਜਿਹੜਾ ਉਹ ਕਾਂਗਰਸ ਉਧਰ ਚਲੀ ਗਈ, ਸਿਰਫ ਕੈਪਟਨ ਅਮਰਿੰਦਰ ਸਿੰਘ ਗਏ ਨੇ। ਕਾਂਗਰਸ ਦੀ ਸਰਕਾਰ, ਔਰ ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਕਿ ਜਿਹੜੀਆਂ ਕਮੀਆਂ ਕਮਜ਼ੋਰੀਆਂ ਸਾਡੇ ਕੋਲੋਂ ਰਹੀਆਂ ਨੇ, ਲੋਕਾਂ ਨੇ ਉਹਦਾ ਸਾਨੂੰ ਜਵਾਬ ਇਲੈਕਸ਼ਨ ਦੇ ਵਿੱਚ ਦਿੱਤਾ। ਠੀਕ ਹੈ, ਉਹਦਾ ਦਿੱਤਾ। ਅਸੀਂ ਕਸੂਰਵਾਰ ਸੀ ਤੇ ਲੋਕਾਂ ਨੇ ਸਾਨੂੰ ਇਸ ਚੀਜ਼ ਦੀ ਸਜ਼ਾ ਦਿੱਤੀ, ਔਰ ਅਸੀਂ ਲੋਕਾਂ ਦੀ ਕਚਹਿਰੀ 'ਚ ਉਸ ਚੀਜ਼ ਨੂੰ ਜਿਹੜਾ ਖਿੜੇ ਮੱਥੇ ਪ੍ਰਵਾਨ ਕੀਤਾ। ਪਰ ਅਸੀਂ ALM ਦੀਆਂ ਭਰਤੀਆਂ ਕੀਤੀਆਂ, ਉਹਦੇ ਵਿੱਚ ਅਸੀਂ ਉਮਰ ਦੀ ਛੋਟ ਦਿੱਤੀ, ਉਹਦੇ ਵਿੱਚ ਜਿਹੜਾ ਅਸੀਂ ਟੈਸਟ ਜਿਹੜੀ ਪ੍ਰੀਖਿਆ ਦੀ ਛੋਟ ਦਿੱਤੀ, ਇਹਨਾਂ ਨੇ ਵਾਪਸ ਆਉਂਦੇ ਜਿਹੜੀ ਆ ਉਮਰ ਦੀ ਛੋਟ ਵੀ ਖਤਮ ਕਰ ਦਿੱਤੀ, ਔਰ ਜਿਹੜੀ ਇਹਨਾਂ ਨੇ ਪ੍ਰੀਖਿਆ ਦੀ ਵੀ ਜਿਹੜੀ ਦੁਬਾਰਾ ਟੈਸਟ ਜਿਹੜੇ ਆ ਉਹ ਵੀ ਜਿਹੜੇ ਆ ਤੇ ਲੱਗਦਾ ਹੈ ਕਿ ਪੋਲੀਟੀਕਲ ਵੈਂਡੇਟਾ ਜਾਂ ਲੱਗੀ ਕਿ ਪੋਲੀਟੀਕਲੀ ਇੱਕ ਆਪਣੇ ਮਾਈਲੇਜ ਲੈਣ ਲਈ ਜਿਹੜਾ ਗੰਡਾਸਾ ਆ ਉਹ ਉੱਥੇ ਚਲਾਤਾ ਮੁਲਾਜ਼ਮਾਂ ਦੇ। ਦੇਖੋ, ਮੈਂ ਬਿਲਕੁਲ ਇਹ ਗੱਲ ਤੁਸੀਂ ਠੀਕ ਕਹਿ ਰਹੇ ਹੋ ਕਿ EMPLOYE ਵਰਗ, ਮੁਲਾਜ਼ਮ ਵਰਗ, ਜਿਹਨੇ ਬੜੀ ਸ਼ਿੱਦਤ ਦੇ ਨਾਲ, ਮਿਹਨਤ ਦੇ ਨਾਲ, ਉਹਨੂੰ ਇਹ ਲੱਗਿਆ ਸੀਗਾ ਕਿ ਲੰਬੇ ਸਮੇਂ ਤੋਂ ਉਹਨਾਂ ਦੀਆਂ ਜਿਹੜੀਆਂ ਡਿਮਾਂਡਾਂ ਨੇ ਉਹ ਪੈਂਡਿੰਗ ਪਈਆਂ ਨੇ, ਤੇ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਇੱਕ ਬਦਲਾਅ ਦੇ ਨਾਂ ਤੇ ਜਾਂ ਇੱਕ ਗਮਰਾਹਕੁਨ ਜਿਹੜੇ ਬਿਆਨਬਾਜ਼ੀ ਦੇ ਚਲਦਿਆਂ ਉਹਨਾਂ ਨੇ ਜਿਹੜਾ ਫੈਸਲਾ ਲਿਆ, ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ। ਔਰ ਅੱਜ ਸਭ ਤੋਂ ਵੱਧ ਠੱਗੇ ਵੀ ਉਹੀ ਵਿਚਾਰੇ ਮਹਿਸੂਸ ਕਰ ਰਹੇ ਨੇ। ਕਾਂਗਰਸ ਪਾਰਟੀ ਦੇ ਸਮੇਂ ਤੇ ਕਦੀ ਇਦਾਂ ਨਹੀਂ ਹੋਇਆ ਕਿ ਜਿਹੜਾ ਧਰਨਾਕਾਰੀਆਂ ਨੂੰ ਜਿਹੜਾ ਉਹ ਧਰਨਾ ਲਾਉਣ ਤੋਂ ਰੋਕਿਆ ਗਿਆ ਹੋਏ। ਇੱਥੇ ਤੇ ਦਫਾ 44 ਲੱਗੀ ਆ ਵੀ ਤੁਸੀਂ ਧਰਨਾ ਨਹੀਂ ਦੇ ਸਕਦੇ। ਇਹ ਉਹੀ ਪਾਰਟੀ ਹੈ ਜਿਹੜੀ ਧਰਨਿਆਂ ਦੀ ਪੈਦਾਇਸ਼ ਹੈ,
ਔਰ ਕੱਲ੍ਹ ਹੀ ਇਹਨਾਂ ਦੇ ਮੰਤਰੀ ਹਰਜੋਤ ਬੈਂਸ ਹੁਣਾਂ ਨੇ ਬਿਆਨ ਦਿੱਤਾ ਹੈ ਕਿ ਜਥੇਬੰਦੀਆਂ ਸ਼ਰਾਰਤੀ ਨੇ। ਇਹ ਤੋਂ ਕੀ ਸਮਝਿਆ ਜਾਵੇ? ਇੱਕ ਜਥੇਬੰਦੀਆਂ ਜਿਹਦੇ ਵਿੱਚ ਹਰ ਸਮਾਜ ਦਾ ਹਰ ਵਰਗ ਦੇ ਲੋਕ, ਔਰ ਇੱਥੋਂ ਤੱਕ ਕਿ ਮੈਂ ਕਈ ਵਾਰੀ ਵੀਡੀਓ ਵੇਖਦਾ ਹੁੰਨਾ ਕਿ ਜਿਹੜੀਆਂ ਸਾਡੀਆਂ ਭੈਣਾਂ ਵੀ ਜਿਹੜੀਆਂ ਮੁਲਾਜ਼ਮ ਨੇ ਸੰਘਰਸ਼ ਕਰ ਰਹੀਆਂ ਨੇ, ਛੋਟੇ ਛੋਟੇ ਬੱਚੇ ਉਹਨਾਂ ਦੇ ਨਾਲ ਗਰਮੀ ਸਰਦੀ ਬਾਰਿਸ਼ ਦੇ ਵਿੱਚ ਜਿਹੜਾ ਉਹ ਉੱਥੇ ਸੜਕਾਂ ਦੇ ਉੱਤੇ ਜਿਹੜਾ ਉਹ ਕੱਟ ਰਹੇ ਨੇ, ਔਰ ਉਹਨਾਂ ਨੂੰ ਅਸੀਂ ਸ਼ਰਾਰਤੀ ਕਹੀਏ ਤੇ ਅਸੀਂ ਇਹਦਾ ਮਤਲਬ ਅਸੀਂ ਆਪਣੇ ਲੋਕਾਂ ਦੀ ਜਿਹੜੀ ਆ ਉਹਨਾਂ ਦੇ ਜਿਹੜੇ ਚਾਲ ਚਲਨ ਚਰਿੱਤਰ ਹੈ ਉਹਦੇ ਉੱਤੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਗ੍ਰੇਡ ਖੜੇਗਾ। ਦੀ ਵੀ ਗੱਲ ਕਰ ਲੈਂਦੇ ਆ। ਤੁਹਾਡੇ ਸਮੇਂ ਜਾਂ ਚੰਨੀ ਜਿਹੜੇ 3 ਮਹੀਨੇ ਦਾ ਗ੍ਰੇਡ ਵੀ ਵਧਾਏ ਜਾਂਦੇ ਨੇ, ਇਹ ਵੀ ਸੁਣਨ ਨੂੰ ਆਇਆ ਕਿ ਉਹਨਾਂ ਦੇ ਗ੍ਰੇਡ ਉੱਤੇ ਵੀ ਜਿਹੜੀ ਰੋਕ ਲਾਈ ਗਈ ਹੈ, ਪਿਛਲੀ ਅਮਾਉਂਟ ਵੀ ਪੈਂਡਿੰਗ ਆ, ਕਿਸ਼ਤਾਂ ਵੀ ਕਈ ਪੈਂਡਿੰਗ। ਬਿਲਕੁਲ ਪੈਂਡਿੰਗ ਨੇ ਜੀ। ਇੱਥੋਂ ਤੱਕ ਡੀਏ ਪੈਂਡਿੰਗ ਹੈ। 28% ਜਿਹੜਾ ਡੀਏ ਹੈ ਉਹ ਅਸੀਂ ਜਿਹੜਾ ਹੈ ਪਿਛਲੀ ਜੁਲਾਈ ਦੇ ਵਿੱਚ ਕਲੀਅਰ ਕਰਕੇ ਗਏ ਸੀ। ਜਦੋਂ ਇਹ ਆਏ ਇਹਨਾਂ ਨੇ ਆ ਕੇ 2 ਕਿਸ਼ਤਾਂ, ਇੱਕ ਤੇ ਉਹਦੀ ਜਿਹੜੀ ਅਮਾਉਂਟ ਹੈ ਵੱਧ ਕੇ 38% ਹੋ ਗਈ, ਉਹਦੀ 10% ਜਿਹੜਾ ਉਹਦੇ ਉੱਤੇ ਜਿਹੜਾ ਉਹਦਾ ਵਾਧਾ ਆਇਆ, ਇੱਕ ਤੇ ਇਹਨਾਂ ਨੇ ਅਜੇ ਤੱਕ ਮੁਲਾਜ਼ਮਾਂ ਦਾ ਉਹ ਨਹੀਂ ਦਿੱਤਾ, ਉਹ ਖਾ ਗਏ ਕਿਉਂ ਕਹੂੰਗਾ, ਕੇਂਦਰ ਸਰਕਾਰ ਉਹ 10% ਵਾਧਾ ਇਹਨਾਂ ਨੂੰ ਭੇਜ ਚੁੱਕੀ ਉਹਦੀ ਕਿਸ਼ਤਾਂ। ਕੇਂਦਰ ਕੋਲੋਂ ਆ ਗਿਆ ਤੇ ਇਹਨਾਂ ਨੇ ਜਿਹੜਾ ਇਹ ਅੱਗੇ ਅਪਲਾਈ ਤੱਕ ਨਹੀਂ। ਹਾਂ, ਇਹਨਾਂ ਨੇ ਉਹਦਾ ਪੈਸਾ ਮਿਸਯੂਜ਼ ਕਰ ਲਿਆ, ਜਿਹੜਾ 2 ਕਰੋੜ ਰੁਪਇਆ ਰੋਜ਼ ਐਡਾਂ ਤੇ ਜਾ ਰਿਹਾ ਹੈ, ਜਿਹੜਾ ਪੰਜਾਬ ਦਾ ਹੈਲੀਕਾਪਟਰ ਬਾਹਰਲੇ ਸੂਬਿਆਂ 'ਚ ਉੱਡ ਰਿਹਾ ਹੈ, ਔਰ ਇੱਥੋਂ ਤੱਕ ਕਿ ਗਵਾਂਢ ਦੇ ਸੂਬੇ ਬਿਨਾਂ ਕਿਸੇ ਜਿਹੜਾ ਐਗਰੀਮੈਂਟ ਦੇ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਨੇ, ਤੇ ਉਹ ਪੈਸਾ ਹੋਰ ਕਿੱਥੇ ਜਾਏਗਾ? ਉਹ ਤਾਂ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਜਿੰਨਾ ਵੀ ਆ, ਚਾਹੇ EMPLOYE ਆ ਚਾਹੇ ਉਹ ਆ, ਵੀ ਸਰਕਾਰ ਲੁੱਟ ਰਹੀ ਹੈ। ਅਸੀਂ ਮਤਲਬ ਤੁਹਾਡੇ ਸ਼ਬਦਾਂ 'ਚ ਇਹ ਹੈਗਾ ਤਾਂ ਸਿੱਧਾ ਐਲੀਗੇਸ਼ਨ ਜਿਹੜਾ ਸਰਕਾਰ ਤੇ ਲਾ ਰਹੇ ਹੋ ਕਿ EMPLOYEਆਂ ਨੂੰ ਮੂਰਖ ਬਣਾ ਕੇ ਜਿਹੜੇ EMPLOYEES ਨੇ ਤੇ ਉਹਨਾਂ ਦਾ ਜਿਹੜਾ ਪੈਸਾ ਲੁੱਟਿਆ ਜਾ। ਬਿਲਕੁਲ ਜੀ, ਨਾ ਸਿਰਫ EMPLOYEES, ਇੱਥੋਂ ਤੱਕ ਸਾਡੇ ਸੂਬੇ ਦੀਆਂ ਸਾਡੀਆਂ ਮਾਵਾਂ ਭੈਣਾਂ ਜਿਨ੍ਹਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀਗਾ, ਮੈਨੂੰ ਤਾਂ ਨਹੀਂ ਅੱਜ ਤੱਕ ਪਤਾ ਵੀ ਇੱਕ ਵੀ ਕਿਸੇ ਮਹਿਲਾ ਦੇ ਖਾਤੇ 'ਚ 1000 ਰੁਪਈਆ ਆਇਆ ਹੋਵੇ। ਉਹ ਜਿਹੜੇ ਨੇ ਉਹ 1000 ਰੁਪਏ ਤੋਂ ਬੀਬੀਆਂ ਵੀ ਹੋਣੀਆਂ ਨੇ। ਇੱਥੋਂ ਤੱਕ ਇਹ ਵੀ ਚਰਚਾ ਕਿਤੇ ਨਾ ਕਿਤੇ ਚੂਲ ਫੜਦੀ ਜਾਂਦੀ ਆ ਵੀ ਸ਼ਾਇਦ ਬੀਬੀਆਂ ਦਾ ਫ੍ਰੀ ਸਫ਼ਰ ਵੀ ਬੰਦ ਕਰ ਦਿੱਤਾ ਜਾਏਗਾ, ਔਰ ਮੁਲਾਜ਼ਮਾਂ ਦੇ ਨਾਲ ਜਿਸ ਤਰ੍ਹਾਂ ਦਾ ਧੱਕਾਸ਼ਾਹੀ ਹੋ ਰਿਹਾ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਵੇਖਣ ਵਾਲਾ ਹੈ। ਔਰ ਇਹੋ ਹੀ ਸਾਰੇ ਲੋਕ ਨੇ, ਇਹਦੇ ਨਾਲ ਹੀ ਸਮਾਜ ਬਣਦਾ, ਇਹਦੇ ਨਾਲ ਹੀ ਸੂਬਾ ਬਣਦਾ। ਜੇ ਇਹਨਾਂ ਹੀ ਲੋਕਾਂ ਸਾਰਿਆਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਫਿਰ ਹੋਰ ਲੁੱਟ ਖਸੁੱਟ ਕਿਹਨੂੰ ਕਾਰਨ ਕੀ ਲੱਗਦਾ ਕਿ ਦਿੱਲੀ ਤੋਂ ਚੱਲਣ ਦਾ ਕਾਰਨ ਸਭ ਤੋਂ ਵੱਡਾ ਹੈਗਾ ਕਿ ਪੰਜਾਬ ਦੇ ਲੋਕ ਜਿਹੜੇ ਪੰਜਾਬ ਦੇ ਹੱਕਾਂ ਨੂੰ ਨਹੀਂ ਸਮਝ ਪਾ ਰਹੇ? ਦੇਖੋ ਜੀ, ਪੰਜਾਬ ਦੇ ਲੋਕ ਆਪਣੇ ਹੱਕਾਂ ਨੂੰ ਬਹੁਤ ਬਿਹਤਰੀ ਨਾਲ ਜਾਣਦੇ ਨੇ। ਪੰਜਾਬ ਆਪਣੇ ਆਪ ਦੇ ਵਿੱਚ ਹੀ ਮੈਂ ਸਮਝਦਾ ਇੱਕ ਬਹੁਤ ਵੱਡੀ ਇਹਦੀ ਇੱਕ ਹੋਂਦ ਹੈ, ਇੱਕ ਅਹਿਮੀਅਤ ਰੱਖਦਾ ਹੈ ਪੰਜਾਬ। ਔਰ ਪੰਜਾਬ ਦੇ ਲੋਕ ਬੜੇ ਸਜਗ ਨੇ, ਬੜੇ ਅਵੇਅਰ ਨੇ। ਜੇ ਉਹਨਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਤੇ ਮੈਂ ਸਮਝਦਾ ਉਹਨਾਂ ਨੇ ਇਹ ਸਮਝ ਕੇ ਪਾਈ ਸੀ ਕਿ ਕੁਝ ਬਿਹਤਰ ਕਰਨ ਦੇ ਨਜ਼ਰੀਏ ਦੇ ਨਾਲ ਉਹਨਾਂ ਨੇ ਵੋਟ ਪਾਈ ਸੀ। ਪਰ ਪੰਜਾਬ ਦੇ ਲੋਕਾਂ ਨੇ ਨੂੰ ਇਹ ਨਹੀਂ ਪਤਾ ਸੀਗਾ ਕਿ ਜਿਹਨੂੰ ਪੰਜਾਬ ਦਾ ਪੁੱਤਰ ਭਗਵੰਤ ਮਾਨ ਹੋਣਾ ਨੂੰ ਕਹਿ ਕੇ ਜਿਹਦੇ ਨਾਂ ਤੇ ਵੋਟ ਲਈ, ਕਿ ਬਾਅਦ ਦੇ ਵਿੱਚ ਭਗਵੰਤ ਮਾਨ ਹੋਣਾ ਦੀ ਤੇ ਚੱਲਣੀ ਨਹੀਂ। ਦਿੱਲੀ ਤੋਂ ਆ ਕੇ ਇੱਥੇ ਜਿਹੜੇ ਨੇ ਲੋਕ ਬੈਠ ਜਾਣਗੇ ਔਰ ਉਹ ਪੰਜਾਬ ਨੂੰ ਚਲਾਉਣਗੇ। ਤੇ ਇਸ ਕਰਕੇ ਮੈਂ ਕਹਿਣਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਇਸ ਲਈ ਲੁੱਟੇ ਮਹਿਸੂਸ ਕਰ ਰਹੇ ਨੇ, ਇਸ ਲਈ ਠੱਗੇ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਲੀਡਰਾਂ ਦੀ, ਇਹ ਜਿਹੜੇ 92 ਵਿਧਾਇਕ ਨੇ ਜਾਂ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ, ਮੈਂ ਮਾਫੀ ਚਾਹੂੰਗਾ ਇਹ ਗੱਲ ਕਹਿਣ ਲੱਗਿਆ ਤੁਹਾਡੇ ਚੈਨਲ ਤੇ, ਕਿ ਇੱਥੋਂ ਤੱਕ ਕਿ ਜਿੰਨਾ ਕੁ ਵਰਕਿੰਗ ਦੇ ਵਿੱਚ ਦੇਖਣ ਨੂੰ ਮਿਲਿਆ, ਔਰ ਗੱਲਾਂ ਜਿਹੜੀਆਂ ਨੇ ਚਾਹੇ ਉਹ ਬਿਊਰੋਕ੍ਰੇਸੀ ਤੋਂ ਸੁਣਨ ਨੂੰ ਮਿਲਦੀਆਂ ਨੇ, ਚਾਹੇ ਉਹ ਸਮਾਜਿਕ ਸੰਸਥਾਵਾਂ ਤੋਂ, ਜਾਂ ਜਿੰਨੀਆਂ ਵੀ ਅਲੱਗ-ਅਲੱਗ ਜਿਹੜੇ ਲੋਕ ਜਿਹੜੇ ਕੰਮ ਕਰ ਰਹੇ ਨੇ ਸਿਸਟਮ ਦੇ ਵਿੱਚ, ਉਹ ਤੋਂ ਇੱਕ ਕਲੀਅਰ ਇੰਡੀਕੇਸ਼ਨ ਆਉਂਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਬਿਲਕੁਲ ਨਹੀਂ ਚੱਲ ਰਹੀ, ਜੋ ਚੱਲ ਰਹੀ ਹੈ ਉਹ ਦਿੱਲੀ ਵਾਲਿਆਂ ਦੀ ਚੱਲ ਰਹੀ ਹੈ। ਠੀਕ ਹੈ, EMPLOYE ਦੇ ਉੱਤੇ ਗੱਲ ਕਰਦੇ ਹਾਂ। ਇੱਕ ਵੱਡਾ ਹੋਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇਹ ਸਵਾਲ ਉੱਠ ਰਿਹਾ, ਹਰ ਜਥੇਬੰਦੀ ਉਠਾ ਰਹੀ ਹੈ ਕਿ ਬਾਹਰੋਂ, ਪੰਜਾਬ ਤੋਂ ਬਾਹਰੋਂ ਲਿਆ ਕੇ ਇੱਥੇ ਲੋਕਾਂ ਨੂੰ ਭਰਤੀ ਕੀਤਾ ਜਾ ਰਿਹਾ ਆ। ਖਾਸ ਕਰਕੇ ਦਿੱਲੀ ਦੇ ਜਿਹੜੇ ਲੋਕਾਂ ਨੂੰ ਇੱਥੇ ਲੈ ਕੇ ਭਰਤੀ ਕੀਤਾ, ਯੂਪੀ ਦੇ ਲੈ ਕੇ ਕੀਤਾ ਜਾ, ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਦੇਖੋ, ਇਸ ਗੱਲ ਦਾ ਜਿਹੜਾ ਸਬੂਤ ਹੈ ਉਹ ਪਿੱਛੇ ਜਿਹੜਾ ਇਹਨਾਂ ਨੇ ਆਪਣੇ DIPR ਦੇ ਵਿੱਚ ਜਿਹੜੀ ਭਰਤੀਆਂ ਕਰਨੀਆਂ ਸੀ ਇਹਨਾਂ ਨੇ ਸੋਸ਼ਲ ਮੀਡੀਆ ਡਿਪਾਰਟਮੈਂਟ ਦੇ ਵਿੱਚ, ਉਹਦੇ ਵਿੱਚ ਵੀ ਜਿਹੜੀਆਂ ਮੈਕਸਿਮਮ ਭਰਤੀਆਂ ਨੇ ਉਹ ਬਾਹਰਲੇ ਸੂਬਿਆਂ ਦੀਆਂ ਹੋਈਆਂ ਨੇ। ਇਹਦੇ ਨਾਲ ਹੀ ਜਿਹੜੇ 64 ਵੈਟਨਰੀ ਵਿਭਾਗ ਦੇ ਵਿੱਚ ਜਿਹੜੀਆਂ ਅਸਾਮੀਆਂ ਭਰੀਆਂ ਗਈਆਂ, ਉਹਦੇ ਵਿੱਚੋਂ 68, ਉਹਦੇ ਵਿੱਚੋਂ 34 ਉਹ ਹਰਿਆਣੇ ਜਾਂ ਕਿਸੇ ਹੋਰ ਸੂਬਿਆਂ ਦੀ ਨੇ। ਮੈਂ ਮੰਨਦਾ ਕਿ ਇੰਟਰਸਟੇਟ ਦੇ ਕੁਝ ਪਰਸੈਂਟੇਜ ਹੁੰਦੀ ਆ, ਪਰ ਤੁਸੀਂ ਤਾਂ 50-50 ਕਰ ਦਿੱਤੀ। ਅੱਜ 50 ਤੇ ਪਹੁੰਚ ਗਏ ਹੋ ਤੁਸੀਂ ਪਹਿਲੇ 5 ਮਹੀਨਿਆਂ ਦੇ ਵਿੱਚ, ਤੇ ਇਦਾਂ ਦੇ 5 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉੱਥੇ ਨੌਕਰੀਆਂ ਕਰਨ ਦੇ, ਉਹਨੂੰ ਤੁਸੀਂ ਖਤਮ ਹੀ ਕਰ ਦਿਓਗੇ। ਇਹਦਾ ਤਾਂ ਇਹੋ ਹੀ ਸਿੱਧਾ ਇਸ਼ਾਰਾ ਹੋਇਆ ਨਾ। ਪਰ ਇੱਥੇ
ਇੱਥੇ ਜੇ ਗੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਡੱਲੇਵਾਲ ਹੋਣਾ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਨੇ ਸਾਡੇ ਕੋਲ ਇਹ ਗੱਲ ਮੰਨੀ ਆ ਕਿ 80% ਅਸੀਂ ਫਿਕਸ ਕਰ ਦਾਂਗੇ ਉਹ ਪੰਜਾਬੀਆਂ ਨੂੰ ਦਿੱਤੇ ਜਾਣ, ਬਾਕੀ 20% ਜਿਨ੍ਹਾਂ ਨੇ ਪੰਜਾਬੀ ਪੜ੍ਹੀ ਹੋਗੀ ਉਹਨਾਂ ਨੂੰ ਦਿੱਤੀ ਜਾਊ। ਡੱਲੇਵਾਲ ਸਾਹਿਬ ਪਰਸੋਂ ਮੇਰੇ ਨਾਲ ਇੱਕ ਡਿਬੇਟ ਤੇ ਸੀ ਔਰ ਡੱਲੇਵਾਲ ਸਾਹਿਬ ਨੇ ਇਹ ਕਿਹਾ ਕਿ ਸਰਕਾਰ ਸਾਡੇ ਨਾਲ ਗੱਲ ਕਰਦੀ ਕਰਦੀ ਮੀਟਿੰਗ 'ਚ ਉੱਠ ਕੇ ਭੱਜ ਗਈ। ਸਰਕਾਰ ਨੇ ਸਾਡੀਆਂ ਮੰਗਾਂ ਮੰਨਣ ਤੋਂ ਨਾ ਕਰਤੀ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਇਹਦਾ ਕੋਈ ਅਜੇ ਤੱਕ ਜੋ ਵੀ ਇੱਕ ਦੋ ਸ਼ਰਤਾਂ ਜਿਹੜੀ ਮੰਨਣ ਦੀ ਗੱਲ ਕੀਤੀ ਹੈ ਉਹਦਾ ਵੀ ਕੋਈ ਲਿਖਤੀ ਅਜੇ ਤੱਕ ਸਾਡੇ ਕੋਲ ਕੁਝ ਨਹੀਂ ਆਇਆ। ਖਾਲੀ ਜਿਹੜਾ ਉਹ ਸਿਰਫ ਉੱਥੇ ਮੂੰਹ ਜ਼ਬਾਨੀ ਗੱਲਾਂ ਹੋਈਆਂ ਨੇ ਔਰ ਮੂੰਹ ਜ਼ਬਾਨੀ ਤੇ ਤੁਹਾਨੂੰ ਪਤਾ ਹੀ ਹੈ ਵੀ ਸਵੇਰੇ ਕੁਝ ਕਹਿੰਦੇ ਨੇ ਤੇ ਸ਼ਾਮ ਨੂੰ ਕੁਝ ਕਹਿੰਦੇ ਨੇ, ਅਗਲੇ ਦਿਨ ਕੁਝ ਹੋਰ ਹੋ ਜਾਂਦਾ। ਸੋ ਮੂੰਹ ਜ਼ਬਾਨੀ ਇਹਨਾਂ ਤੇ ਕੋਈ ਯਕੀਨ ਨਹੀਂ ਕਰ ਰਿਹਾ। ਡੱਲੇਵਾਲ ਸਾਹਿਬ ਮੇਰੇ ਨਾਲ ਉਸ ਦਿਨ ਡਿਬੇਟ 'ਚ ਸੀ ਔਰ ਬੜੀ ਲੰਮੀ ਚੌੜੀ ਇਸ ਚੀਜ਼ ਤੇ ਵੀ ਚਰਚਾ ਹੋਈ। ਉਹਨਾਂ ਨੇ ਕਿਹਾ ਵੀ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਮੰਨਣ ਤੋਂ ਮਨਾ ਕਰਤਾ। ਉਦਾਹਰਨ ਦੇ ਤੌਰ ਤੇ ਮੂੰਗੀ ਦੀ ਜਿਹੜੀ ਕਰੀਬ 4,86,000 ਕੁਇੰਟਲ ਦੀ ਜਿਹੜੀ ਇਸ ਵਾਰੀ ਜਿਹੜੀ ਕਾਸ਼ਤ ਹੋਈ, ਉਹ ਜਿਹੜੀ ਸਾਡੀ ਪ੍ਰੋਡਕਸ਼ਨ ਸੀਗੀ ਉਹ 'ਚੋਂ ਸਿਰਫ 42,000 ਕੁਇੰਟਲ ਜਿਹੜੀ ਆ ਉਹ ਜਿਹੜੀ ਹੈ ਖਰੀਦ ਉਹਦੀ ਕੀਤੀ ਗਈ ਆ MSP ਦੇ ਉੱਤੇ। ਬਾਕੀ ਕਰੀਬ 4.5 ਲੱਖ ਕੁਇੰਟਲ ਜਿਹੜੀ ਮੂੰਗੀ ਹੈ ਜਾਂ ਤੇ ਉਹ ਰੋੜੀ ਹੈ ਜਾਂ ਉਹ ਪ੍ਰਾਈਵੇਟ ਪਲੇਅਰ ਨੇ ਆਪਣੇ ਮਨਮਰਜ਼ੀ ਦਾਮਾਂ ਦੇ ਉੱਤੇ ਉਹਨੂੰ ਰੇਟਾਂ ਤੇ ਖਰੀਦਿਆ। ਸਰਕਾਰ ਕਹਿੰਦੀ ਹੈ ਕਿ ਜਿਹੜਾ ਉਹ ਗੈਪ ਹੈ ਅਸੀਂ ਉਹਨੂੰ ਪੂਰਾ ਕਰਾਂਗੇ। ਕਿੰਨੇ ਪੈਸੇ ਦੇਵਾਂਗੇ? 1000 ਰੁਪਈਆ। 1000 ਰੁਪਏ ਤੱਕ ਦੇਵਾਂਗੇ, 1000 ਰੁਪਈਆ ਵੀ ਨਹੀਂ, 1000 ਰੁਪਏ ਤੱਕ ਦੇਵਾਂਗੇ। ਸਮਝੋ ਕਿ ਜੇ ਜਿਹੜੀ ਉਹਦੀ MSP ਸੀ ਜਿਹਦੇ ਤੋਂ ਉਹਨੂੰ ਉਹਦਾ 50% ਮਿਲਿਆ, 1000 ਰੁਪਏ ਮਿਲਣ ਤੋਂ ਬਾਅਦ ਮੈਨੂੰ ਲੱਗਦਾ ਵੀ ਕਿਸੇ ਵੀ ਕਿਸਾਨ ਦੀ, ਤੁਸੀਂ ਮੈਂ ਅਸੀਂ ਸਾਰੇ ਕਿਸਾਨੀ ਪਰਿਵਾਰ ਚੋਂ ਆਉਂਦੇ ਆ, ਕਿਸੇ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ। ਬਿਲਕੁਲ ਠੀਕ ਹੈ। ਆਪਾਂ ਆਪਣਾ ਟੌਪਿਕ ਤੇ ਫਿਰ ਮੁੜ ਕੇ ਆਉਂਦੇ ਆ। ਹੁਣ ਕਾਂਗਰਸ ਕੀ ਇਸ ਦੇ ਉੱਤੇ ਐਕਸ਼ਨ ਲਵੇਗੀ? ਕੀ ਤੁਸੀਂ EMPLOYEES ਨੂੰ ਮਿਲੋਗੇ, ਜਥੇਬੰਦੀ ਨੂੰ ਮਿਲੋਗੇ ਤੇ ਇਸ ਨੂੰ ਉਹਨਾਂ ਨੂੰ ਜਾਣੂ ਕਰਾਓਗੇ ਵੀ ਇਹ ਤੁਹਾਡੇ ਨਾਲ ਇਹ ਧੋਖਾ ਹੋ ਰਿਹਾ ਤੇ ਆਪਾਂ ਮਿਲ ਕੇ ਕੁਝ ਸੰਘਰਸ਼ ਕਰੀਏ? ਦੇਖੋ ਬਿਲਕੁਲ ਜੀ, ਜਥੇਬੰਦੀਆਂ ਨੂੰ ਜਿੱਥੇ ਸਾਡੀ ਜ਼ਰੂਰਤ ਪਏਗੀ ਅਸੀਂ ਜ਼ਰੂਰ ਉਹਨਾਂ ਦੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ। ਔਰ ਜਿੱਥੋਂ ਤੱਕ ਰਹੀ ਗੱਲ ਕਿ ਜਥੇਬੰਦੀਆਂ ਨੂੰ ਅਵੇਅਰ ਕਰਾਵਾਂਗੇ, ਤੇ ਮੈਂ ਸਮਝਦਾ ਕਿ ਜਿਹੜਾ ਮੁਲਾਜ਼ਮ ਵਰਗ ਹੈ, ਜਿਹੜੇ ਜਥੇਬੰਦੀਆਂ ਨੇ, ਉਹ ਆਪਣੇ ਹੱਕਾਂ ਹਕੂਕਾਂ ਲਈ ਸੰਘਰਸ਼ ਕਰਨ ਲਈ ਹਮੇਸ਼ਾ ਤਤਪਰ ਰਹਿੰਦੀਆਂ ਨੇ। ਸਾਡੇ ਟਾਈਮ ਤਾਂ ਵੀ ਸੰਘਰਸ਼ ਕਰਦੇ ਰਹੇ ਨੇ, ਉਹ ਅੱਜ ਵੀ ਕਰ ਰਹੇ ਨੇ, ਪਰ ਅੱਜ ਉਹਨਾਂ ਨਾਲ ਧੱਕਾ ਵੱਧ ਹੋ ਰਿਹਾ। ਸੋ ਜਿੱਥੇ ਸਾਡੀ ਉਹਨਾਂ ਨੂੰ ਲੋੜ ਪਵੇਗੀ ਅਸੀਂ ਬਿਲਕੁਲ ਬਿਨਾਂ ਕਿਸੇ ਸ਼ਰਤ ਦੇ ਅਸੀਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਦਾ ਸਹਿਯੋਗ ਕਰਾਂਗੇ। ਇਹ ਵੀ ਅਸੀਂ ਸਹਿਯੋਗ ਦਾ ਇੱਕ ਹਿੱਸਾ ਹੀ ਹੈ ਕਿ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਇਹ ਅਸੀਂ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਹੀ ਬੁਲੰਦ ਕਰਨ ਦਾ ਜਾਂ ਉਹਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਜਿਹੜਾ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਜਿਹੜਾ ਅਸੀਂ ਕੀਤਾ। ਸਾਡੇ ਜਿੰਨੇ ਵੀ ਸੀਨੀਅਰ ਲੀਡਰ ਸਾਹਿਬਾਨ ਨੇ ਸਾਰੇ ਅਲੱਗ-ਅਲੱਗ ਸਮਿਆਂ ਦੇ ਉੱਤੇ ਮੁਲਾਜ਼ਮ ਵਰਗ ਦੀ, ਵਿਦਿਆਰਥੀ ਵਰਗ ਦੀ ਜਾਂ ਸਮਾਜ ਦੇ ਜਿੰਨੇ ਵੀ ਵਰਗ ਨੇ ਉਹਨਾਂ ਦੀ ਗੱਲ ਲਗਾਤਾਰ ਜਿਹੜੀ ਚੁੱਕਦੇ ਆਏ ਔਰ ਅਸੀਂ ਇਹਨਾਂ ਦੀ ਵੀ ਚੁੱਕਦੇ ਰਹਾਂਗੇ। ਬਹੁਤ ਧੰਨਵਾਦ ਆ ਤੁਹਾਡਾ, ਤੁਸੀਂ ਜਿਹੜਾ ਗੱਲਬਾਤ ਕੀਤੀ ਸਾਡੇ ਨਾਲ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਜਸਕਰਨ ਕਾਲੋ, ਜਿਹੜੇ ਕਿ ਕਾਂਗਰਸ ਦੇ ਲੀਡਰ ਨੇ, ਜਿਨ੍ਹਾਂ ਨੇ ਆਖਿਆ ਕਿ ਜਿਸ ਤਰੀਕੇ ਨਾਲ EMPLOYEES ਨਾਲ ਧੋਖਾ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਅਸੀਂ ਆਵਾਜ਼ ਬੁਲੰਦ ਕਰਾਂਗੇ। ਲਗਾਤਾਰ EMPLOYEES ਨੇ ਜਿਹੜੇ ਉਹਨਾਂ ਨਾਲ ਇਹ ਸਰਕਾਰ ਧੱਕਾ ਕਰ ਰਹੀ ਹੈ। ਇੱਕ ਪਾਸੇ ਸੰਘਰਸ਼ਾਂ ਚੋਂ ਨਿਕਲੀ ਹੋਈ ਇਹ ਪਾਰਟੀ ਹੈ ਤੇ ਖੁਦ ਜਿਹੜੇ ਇਹਨਾਂ EMPLOYEES ਨੂੰ ਸੰਘਰਸ਼ ਕਰਨ ਦੇ ਉੱਤੇ ਦਫਾ 144 ਤੱਕ ਲਗਾ ਰਹੀ ਹੈ। ਸੋ ਦੇਖਦੇ ਰਹੋ TV ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਆਸ਼ਕ।